हाँ जी, ਅੱਜ ਅਸੀਂ ਸਟੇਟ ਗੌਰਮੈਂਟ ਬਾਰੇ ਕੁਝ ਇੰਪੋਰਟੈਂਟ ਸਵਾਲ ਡਿਸਕਸ ਕਰਾਂਗੇ। ਜਿਹੜਾ ਤੁਹਾਡਾ ਪਹਿਲਾ ਸਵਾਲ ਇਹਦੇ ਵਿੱਚੋਂ ਨਿਕਲ ਕੇ ਆਉਂਦਾ ਹੈ, ਉਹ ਆਉਂਦਾ ਜੀ ਦ ਹਾਈਐਸਟ ਕੋਰਟ ਆਫ ਅ ਸਟੇਟ ਇਜ਼ ਕਾਲਡ। ਇਹਦਾ ਆਨਸਰ ਹੈ ਜੀ ਹਾਈ ਕੋਰਟ। ਦੂਸਰਾ ਸਵਾਲ, ਵੇਅਰ ਇਜ਼ ਦ ਪੰਜਾਬ ਹਾਈ ਕੋਰਟ ਸਿਚੁਏਟਡ। ਆਨਸਰ ਹੈ ਚੰਡੀਗੜ੍ਹ। ਹੂ ਅਪॉइंट्स ਚੀਫ ਜਸਟਿਸ ਆਫ ਹਾਈ ਕੋਰਟ। ਪ੍ਰੈਜ਼ੀਡੈਂਟ ਇਹਦਾ ਆਨਸਰ ਹੈ। Which courts have been constituted to give fast justice to the poor? इसका आंसर लोक अदालत है। What are district level courts called? डिस्ट्रिक्ट ਲੈਵਲ ਦੇ ਉੱਪਰ ਜਿਹੜੇ ਕੋਰਟ ਹੈਗੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਹੈ ਸੈਸ਼ਨ ਕੋਰਟਸ। Who is constitutional chief of a state? Governor. Who issue ordinances in a state? ਇਹਦਾ ਆਨਸਰ ਗਵਰਨਰ ਹੈ ਜੀ। Which of the following states has bicameral legislature? ਜਿਹਦੇ ਉਹ ਕਿਹੜੀਆਂ ਸਟੇਟਸ ਹੈ ਜਿਨ੍ਹਾਂ ਦੇ ਵਿੱਚ ਦੋ ਹਾਊਸਿਸ ਨੇ? ਉਹ ਆਲ ਆਫ ਦਾ ਅਬਵ ਹੈ। ਬਿਹਾਰ ਵਿੱਚ ਵੀ ਦੋ ਹਾਊਸਿਸ ਨੇ, ਉੱਤਰ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿੱਚ ਵੀ ਹੁਣ ਤੱਕ। ਦ ਨੰਬਰ ਆਫ ਮੈਂਬਰਸ ਇਨ ਅ ਪੰਜਾਬ ਲੈਜਿਸਲੇਟਿਵ ਅਸੈਂਬਲੀ ਇਜ਼। ਕਿੰਨੇ ਮੈਂਬਰ ਨੇ ਸਾਡੀ ਵਿਧਾਨ ਸਭਾ ਦੇ ਵਿੱਚ? ਉਸਦਾ ਉੱਤਰ ਹੈ ਜੀ 117 ਮੈਂਬਰਸ। ਅਗਲਾ ਸਵਾਲ, ਦ ਫੋਲੋਇੰਗ ਹੈਜ਼ ਬਾਈਕਾਮਰਲ ਲੈਜਿਸਲੇਟਿਵ ਕਾਉਂਸਲਸ। ਇਹਦੇ ਵਿੱਚ ਵੀ ਆਲ ਆਫ ਅਬਵ ਹੈ। ਬਿਹਾਰ ਵਿੱਚ, ਮਹਾਰਾਸ਼ਟਰ ਵਿੱਚ, ਉੱਤਰ ਪ੍ਰਦੇਸ਼ ਵਿੱਚ ਦੋ ਹਾਊਸਿਸ ਨੇ। ਦ ਫੋਲੋਇੰਗ ਸਟੇਟ ਡਜ਼ ਨੋਟ ਹੈਵ ਬਾਈਕਾਮਰਲ ਲੈਜਿਸਲੇਟਿਵ ਕਾਉਂਸਲ। ਪੰਜਾਬ ਦੇ ਵਿੱਚ ਇੱਕ ਹੀ ਹਾਊਸ ਹੈ ਵਿਧਾਨ ਸਭਾ ਦਾ। ਦ ਸਪੀਕਰ ਆਫ ਲੈਜਿਸਲੇਟਿਵ ਅਸੈਂਬਲੀ ਇਜ਼ ਇਲੈਕਟਿਡ ਬਾਏ। ਕੌਣ ਚੁਣਦਾ ਹੈ ਸਪੀਕਰ? ਆਨਸਰ ਹੈ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ। ਚੁਣੇ ਹੋਏ ਨੁਮਾਇੰਦੇ ਹੀ ਆਪਣਾ ਸਪੀਕਰ ਚੁਣਦੇ ਨੇ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਯੂਨੀਅਨ ਟੈਰੀਟਰੀ। ਇਹ ਇੱਕ ਬਹੁਤ ਇੰਪੋਰਟੈਂਟ ਸਵਾਲ ਹੈ। ਇਹਨਾਂ ਵਿੱਚੋਂ ਚੰਡੀਗੜ੍ਹ ਵੀ ਯੂਨੀਅਨ ਟੈਰੀਟਰੀ ਹੈਗੀ ਹੈ, ਦਿੱਲੀ ਵੀ ਅਤੇ ਪੁਡੂਚੇਰੀ ਵੀ ਹੈਗੀ ਹੈ। ਇਹਦਾ ਆਨਸਰ ਜਿਹੜਾ ਹੈਗਾ ਉਹ ਹੈਗਾ ਰਾਜਸਥਾਨ, ਜਿਹੜੀ ਨਹੀਂ ਹੈ ਇਹਨਾਂ ਵਿੱਚੋਂ। ਵਿਚ ਆਰ ਦੀ ਟੂ ਹਾਊਸਿਸ ਆਫ ਅ ਸਟੇਟ ਲੈਜਿਸਲੇਟਿਵ ਕਾਉਂਸਲ। ਲੈਜਿਸਲੇਟਿਵ ਕਾਉਂਸਲ ਜਿਹੜੇ ਦੋ ਹਾਊਸਿਸ ਉਹ ਕਿਹੜੇ ਕਿਹੜੇ ਹੁੰਦੇ ਆ? ਇਹਦਾ ਆਨਸਰ ਹੈ ਲੈਜਿਸਲੇਟਿਵ ਅਸੈਂਬਲੀ ਐਂਡ ਲੈਜਿਸਲੇਟਿਵ ਕਾਉਂਸਲ। Who is vested with the legislative power of a state during presidential rule in a state? इसका आंसर है जी पार्लियामेंट। Which of the following statement is correct regarding distribution of powers? ये बहुत इंपॉर्टेंट सवाल है। ਇਹਦੇ ਵਿੱਚ यूनियन लिस्ट ਵਿੱਚ 97 पावर्स है, स्टेट लिस्ट ਵਿੱਚ 66 पावर्स है ਤੇ concurrent लिस्ट ਵਿੱਚ 47 पावर्स यानी कि सब्जैक्ट्स ਹੈਗੇ ਜਿਸ ਦੇ ਵਿੱਚ ਰੂਲ ਬਣਾ ਸਕਦੇ ਹਾਂ। ਤੁਹਾਡੀ ਸਕਰੀਨ ਦੇ ਉੱਪਰ ਅਗਲਾ ਸਵਾਲ ਹੈ ਦ ਗਵਰਨਰ ਆਫ ਦ ਸਟੇਟ। ਇਸਦਾ ਆਨਸਰ ਹੈ ਅਪॉइंटेड ਬਾਈ ਦ ਪ੍ਰੈਜ਼ੀਡੈਂਟ ਆਫ ਇੰਡੀਆ। ਅਗਲਾ ਸਵਾਲ, ਵਿਚ ਵਨ ਆਫ ਦ ਫੋਲੋਇੰਗ ਕੁਆਲੀਫਿਕੇਸ਼ਨਸ ਫॉर द ऑफिस ऑफ द गवर्नर हैज़ बीन wrongly listed। ਸਵਾਲ ਨੂੰ ਧਿਆਨ ਨਾਲ ਪੜ੍ਹਨਾ ਹੈ ਕਿ ਨਿਮਿਤ ਲਿਖਿਤ ਜਿਹੜੀਆਂ ਕੁਆਲੀਫਿਕੇਸ਼ਨ ਦੱਸੀਆਂ ਹੋਈਆਂ ਦੇ ਵਿੱਚ ਉਹ ਗਲਤ ਕਿਹੜੀ ਹੈ। ਉਹਦਾ ਆਨਸਰ ਹੈ ਜੀ ਬੀ, he must not be less than 30 years of age। ਅਗਲਾ ਸਵਾਲ, ਦ ਗਵਰਨਰ ਹੋਲਡਸ ਆਫਿਸ। ਗਵਰਨਰ ਕਦ ਤੱਕ ਆਪਣੇ ਦਫ਼ਤਰ ਵਿੱਚ ਬਣਿਆ ਰਹਿ ਸਕਦਾ ਹੈ? ਇਹਦਾ ਆਨਸਰ ਹੈ 5 ਸਾਲ ਤੱਕ। ਅਗਲਾ ਸਵਾਲ, ਬਿਫੋਰ ਐਂਟਰਿੰਗ ਅਪੋਨ ਹਿਜ਼ ਆਫਿਸ ਦ ਗਵਰਨਰ ਆਫ ਦ ਸਟੇਟ ਹੈਜ਼ ਟੂ ਟੇਕ ਐਨ ਓਥ ਆਫ ਆਫਿਸ ਵਿਚ ਇਜ਼ ਐਡਮਿਨਿਸਟ੍ਰੇਟਡ ਟੂ ਹਿਮ ਬਾਏ। ਗਵਰਨਰ ਨੂੰ ਸਹੁੰ ਕੌਣ ਚੁਕਾਉਂਦਾ ਹੈ? ਇਹਦਾ ਆਨਸਰ ਹੈ ਚੀਫ ਜਸਟਿਸ ਆਫ ਦ ਸਟੇਟ ਹਾਈ ਕੋਰਟ। ਅਗਲਾ ਇੰਪੋਰਟੈਂਟ ਸਵਾਲ ਹੈਗਾ ਦ ਗਵਰਨਰ ਗੈਟ ਅ ਮੰਥਲੀ ਸੈਲਰੀ ਆਫ। ਇਹਦੇ ਵਿੱਚ ਆਪਸ਼ਨ ਗਲਤ ਲਿਖੇ ਹੋਏ ਹੈ। ਇਹਦਾ ਸਹੀ ਜਵਾਬ ਹੈ 1,10,000 ਰੁਪਈਆ ਮਹੀਨੇ ਦੀ ਸੈਲਰੀ ਗਵਰਨਰ ਨੂੰ ਦਿੱਤੀ ਜਾਂਦੀ ਹੈ। ਅਗਲਾ ਸਵਾਲ, ਦ ਗਵਰਨਰ ਆਫ ਅ ਸਟੇਟ ਐਕਸਰਸਾਈਜ਼ ਹਿਜ਼ ਡਿਸਕ੍ਰਿਸ਼ਨਰੀ ਪਾਵਰ। ਉਹ ਆਪਣੇ ਮਨ ਨਾਲ ਵੀ ਫੈਸਲੇ ਲੈ ਸਕਦਾ ਹੈ। ਉਹ ਕਿਹੜੀਆਂ ਇਹਦੇ ਵਿੱਚ ਆਪਸ਼ਨ ਹੈਗਾ ਸਹੀ? ਔਨ ਹਿਜ਼ ਔਨ, ਆਪਣੇ ਮਨ ਨਾਲ ਵੀ ਫੈਸਲੇ ਲੈ ਸਕਦਾ ਹੈ, ਡਿਸਕ੍ਰਿਸ਼ਨਰੀ ਪਾਵਰ। ਅਗਲਾ ਸਵਾਲ, ਦ ਗਵਰਨਰ ਰਿਕਮੈਂਡਸ ਦ ਇੰਪੋਜੀਸ਼ਨ ਆਫ ਪ੍ਰੈਜ਼ੀਡੈਂਟਸ ਰੂਲ ਇਨ ਦ ਸਟੇਟ। ਇਹਦਾ ਮਤਲਬ ਹੈ ਗਵਰਨਰ ਕਦੋਂ ਪ੍ਰੈਜ਼ੀਡੈਂਟ ਰੂਲ ਲਗਾ ਸਕਦਾ ਹੈ ਸਟੇਟ ਵਿੱਚ? ਇਹਦਾ ਆਨਸਰ ਹੈ ਇਫ ਹੀ ਇਜ਼ ਸੈਟਿਸਫਾਈਡ that the government of the state cannot be carried
on in accordance with the provisions of the constitution। ਜਦੋਂ ਨੂੰ ਲੱਗਦਾ ਹੈ ਕਿ ਸਟੇਟ ਗੌਰਮੈਂਟ ਸੰਵਿਧਾਨ ਦੇ ਮੁਤਾਬਿਕ ਨਹੀਂ ਚੱਲ ਰਹੀ, ਉਹ ਉੱਥੇ ਪ੍ਰੈਜ਼ੀਡੈਂਟ ਰੂਲ ਰਿਕਮੈਂਡ ਕਰ ਸਕਦਾ ਹੈ। ਅਗਲਾ ਸਵਾਲ, ਦ ਹੈਡ ਆਫ ਦ ਗਵਰਨਮੈਂਟ ਇਨ ਅ ਸਟੇਟ ਇਜ਼ ਨੋਨ ਐਜ਼ ਚੀਫ ਮਿਨਿਸਟਰ। ਇਹਦਾ ਆਨਸਰ। ਅਗਲਾ ਸਵਾਲ, ਦ ਚੀਫ ਮਿਨਿਸਟਰ ਆਫ ਅ ਸਟੇਟ ਇਜ਼ ਅਪੋਇੰਟਡ ਬਾਏ ਦ ਗਵਰਨਰ ਆਫ ਦ ਸਟੇਟ। ਅਗਲਾ ਸਵਾਲ, ਕੈਨ ਅ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਬੀ ਅਪੋਇੰਟਡ ਐਜ਼ ਅ ਚੀਫ ਮਿਨਿਸਟਰ। ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਰਾਜਾਂ ਦੇ ਵਿੱਚ 2 ਹਾਊਸਿਸ ਹੁੰਦੇ ਆ, ਉਹਦੇ ਵਿੱਚੋਂ ਜਿਹੜਾ ਅੱਪਰ ਹਾਊਸ ਹੈ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਚੀਫ ਮਿਨਿਸਟਰ ਬਣ ਸਕਦਾ ਹੈ। ਇਹਦਾ ਸਵਾਲ ਹੈ ਨੋ। ਅੱਜ ਅਸੀਂ ਜਿਹੜਾ ਚੈਪਟਰ ਡਿਸਕਸ ਕਰ ਰਹੇ ਹਾਂ ਉਹ ਸਟੇਟ ਗੌਰਮੈਂਟ ਕਰ ਰਹੇ ਹਾਂ, ਅਤੇ ਸਟੇਟ ਗੌਰਮੈਂਟ ਦੇ ਵਿੱਚੋਂ ਵੀ ਕੁਝ ਮਹੱਤਵਪੂਰਨ ਸਵਾਲ ਜੋ ਪੇਪਰਾਂ ਵਿੱਚ ਜਿਹਨਾਂ ਦੀ ਆਉਣ ਦੀ ਉਮੀਦ ਹੈਗੀ ਆ ਉਹ ਡਿਸਕਸ ਕਰਾਂਗੇ ਅੱਜ। ਸਾਡੀ ਲੇਟੈਸਟ ਜਾਣਕਾਰੀ ਮੁਤਾਬਿਕ ਇਸ ਟਾਈਮ ਭਾਰਤ ਵਿੱਚ 28 ਸਟੇਟਸ ਨੇ ਅਤੇ 8 ਯੂਨੀਅਨ ਟੈਰੀਟਰੀਜ਼ ਨੇ। ਭਾਰਤ ਦੇ ਵਿੱਚ ਜਿਹੜੀ ਸਟੇਟਸ ਬਣੀਆਂ ਉਹ ਭਾਸ਼ਾ ਦੇ ਬੇਸ 'ਤੇ ਬਣੀਆਂ, ਭਾਸ਼ਾ ਦੇ ਆਧਾਰ 'ਤੇ ਬਣੀਆਂ। ਪੰਜਾਬ ਵੀ ਭਾਸ਼ਾ ਦੇ ਆਧਾਰ 'ਤੇ ਬਣੀ ਸਟੇਟ ਹੈ, ਜਿਹੜੀ ਕਿ 1966 ਵਿੱਚ ਹੋਂਦ ਵਿੱਚ ਆਈ। ਇਸ ਤੋਂ ਇਲਾਵਾ ਸਾਡੇ ਦੇਸ਼ ਦੇ ਵਿੱਚ ਯੂਨੀਅਨ ਟੈਰੀਟਰੀਜ਼ ਵੀ ਹੈਗੀਆਂ ਨੇ, ਜਿਹਨੂੰ ਹੈੱਡ ਜਾਂ ਤਾਂ ਗਵਰਨਰ ਕਰਦਾ ਜਾਂ ਚੀਫ ਕਮਿਸ਼ਨਰ ਕਰਦਾ। ਫਿਰ ਅਸੀਂ ਗੱਲ ਕਰਾਂਗੇ ਸਟੇਟ ਲੈਜਿਸਲੇਚਰ ਦੀ। ਸਟੇਟ ਲੈਜਿਸਲੇਚਰ ਦਾ ਕੰਮ ਕੀ ਹੁੰਦਾ ਹੈ? ਇਹਦਾ ਕੰਮ ਕਾਨੂੰਨ ਬਣਾਉਣ ਦਾ ਹੁੰਦਾ ਹੈ। ਆਮ ਤੌਰ 'ਤੇ ਸਾਡੇ ਭਾਰਤ ਵਿੱਚ 2 ਤਰ੍ਹਾਂ ਦੀਆਂ ਸਟੇਟ ਲੈਜਿਸਲੇਚਰ ਹੁੰਦੀਆਂ ਨੇ। ਪਹਿਲੀ ਵਿਧਾਨ ਸਭਾ, ਜਿਹਨੂੰ ਸਟੇਟ ਲੈਜਿਸਲੇਟਿਵ ਅਸੈਂਬਲੀ ਕਿਹਾ ਜਾਂਦਾ ਹੈ, ਅਤੇ ਦੂਸਰੀ ਲੈਜਿਸਲੇਟਿਵ ਕੌਂਸਲ ਹੁੰਦੀ ਹੈ, ਜਿਹਨੂੰ ਅੱਪਰ ਹਾਊਸ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਟੇਟਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ 2 ਹਾਊਸਿਸ ਹੈਗੇ ਨੇ। ਇਹ ਤੁਹਾਡੇ ਕੋਲ ਸਵਾਲ ਪੁੱਛਿਆ ਜਾ ਸਕਦਾ ਹੈ। ਇਹ 6 ਸਟੇਟਾਂ ਹੈਗੀਆਂ ਨੇ ਜਿਹਨਾਂ ਵਿੱਚ 2 ਹਾਊਸਿਸ ਯਾਨੀ ਕਿ ਅੱਪਰ ਅਤੇ ਲੋਅਰ ਹਾਊਸ ਸਟੇਟ ਲੈਜਿਸਲੇਟਿਵ ਅਸੈਂਬਲੀ ਵਿੱਚ ਹੈਗੇ ਨੇ। ਪਹਿਲੀ ਹੈ ਬਿਹਾਰ, ਦੂਸਰੀ ਹੈ ਉੱਤਰ ਪ੍ਰਦੇਸ਼, ਤੀਸਰੀ ਕਰਨਾਟਕ, ਫਿਰ ਮਹਾਰਾਸ਼ਟਰ, ਫਿਰ ਆਂਧਰਾ ਪ੍ਰਦੇਸ਼ ਅਤੇ ਫਿਰ ਤੇਲੰਗਾਨਾ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਲੋਅਰ ਹਾਊਸ। ਸਟੇਟ ਦੇ ਵਿੱਚ ਜਿਹੜਾ ਲੋਅਰ ਹਾਊਸ ਹੈ ਉਹਨੂੰ ਕੀ ਕਿਹਾ ਜਾਂਦਾ? ਸਟੇਟ ਦੇ ਵਿੱਚ ਲੋਅਰ ਹਾਊਸ ਨੂੰ ਸਟੇਟ ਲੈਜਿਸਲੇਟਿਵ ਅਸੈਂਬਲੀ ਕਿਹਾ ਜਾਂਦਾ ਹੈ, ਅਤੇ ਅੱਪਰ ਹਾਊਸ ਨੂੰ ਲੈਜਿਸਲੇਟਿਵ ਕੌਂਸਲ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ, ਜਿਹੜੀ ਸਾਡੀ ਵਿਧਾਨ ਸਭਾ ਹੈ, ਉਹਨੂੰ ਲੋਕ ਚੁਣਦੇ ਨੇ। ਇਜ਼ ਡਾਇਰੈਕਟਲੀ ਇਲੈਕਟਿਡ ਬਾਏ ਦੀ ਪੀਪਲ। ਅਤੇ ਇਸ ਤੋਂ ਬਾਅਦ ਜਿਹੜਾ ਸਾਡਾ ਅੱਪਰ ਹਾਊਸ ਹੈ ਸਟੇਟ ਦੇ ਵਿੱਚ ਲੈਜਿਸਲੇਟਿਵ ਕੌਂਸਲ, ਉਹਨੂੰ ਇਨਡਾਇਰੈਕਟਲੀ ਚੁਣਿਆ ਜਾਂਦਾ ਹੈ, ਯਾਨੀ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਸਾਡੇ MLAs ਲੈਜਿਸਲੇਟਿਵ ਕੌਂਸਲ ਦੇ ਮੈਂਬਰਾਂ ਨੂੰ ਚੁਣਦੇ ਆ। ਇਸ ਤੋਂ ਬਾਅਦ ਜਿਹੜਾ ਅਗਲਾ ਇੰਪੋਰਟੈਂਟ ਸਵਾਲ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਸਾਡੀ ਪੰਜਾਬ ਦੀ ਵਿਧਾਨ ਸਭਾ 'ਚ ਕਿੰਨੇ ਮੈਂਬਰ ਨੇ? ਉਹਦਾ ਜਵਾਬ ਹੈ ਜੀ 117 ਮੈਂਬਰ ਹੈਗੇ ਨੇ। ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਉਹ ਇਹ ਹੈ ਕਿ MLA ਬਣਨ ਦੇ ਲਈ ਕਿਹੜੀਆਂ ਕੁਆਲੀਫਿਕੇਸ਼ਨ, ਕਿਹੜੀਆਂ ਸ਼ਰਤਾਂ ਲਗਾਈਆਂ ਗਈਆਂ ਨੇ ਸੰਵਿਧਾਨ ਦੁਆਰਾ? ਇਹ ਬੜਾ ਇੰਪੋਰਟੈਂਟ ਸਵਾਲ ਹੈ, ਇਹਨੂੰ ਧਿਆਨ ਨਾਲ ਸੁਣਿਓ। ਉਹ ਕਿਹੜੀ ਸ਼ਰਤਾਂ ਨੇ? ਪਹਿਲਾ, ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਦੂਸਰਾ, ਉਹਦੀ ਉਮਰ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਤੀਸਰਾ, ਉਹ ਕਿਸੇ ਆਫਿਸ ਆਫ ਪ੍ਰੋਫਿਟ ਦਾ ਮਤਲਬ ਹੈ ਕਿ ਉਹ ਕਿਤੇ ਸੈਂਟਰਲ ਜਾਂ ਸਟੇਟ ਗੌਰਮੈਂਟ ਦੇ ਅਧੀਨ ਸਰਵੈਂਟ ਨਹੀਂ ਹੋਣਾ ਚਾਹੀਦਾ, ਯਾਨੀ ਕਿ ਉਹ ਕੰਮ ਨਹੀਂ ਕਰ ਰਿਹਾ ਹੋਣਾ ਚਾਹੀਦਾ। ਚੌਥਾ ਇੰਪੋਰਟੈਂਟ ਪੁਆਇੰਟ ਹੈ ਇੱਥੇ ਕਿ ਕਿਸੇ ਵੀ ਕੋਰਟ ਦੁਆਰਾ ਉਹਨੂੰ, ਕਿਸੇ ਮੈਂਬਰ ਨੂੰ ਜਿਹਨੇ MLA ਦੀ ਚੋਣ ਲੜਨੀ ਹੈ, ਚੁਣ ਕੇ ਆਉਣ ਵਾਲਾ ਹੈ, ਉਹ ਡਿਬਾਰਡਡ ਨਹੀਂ ਹੋਣਾ ਚਾਹੀਦਾ, ਉਹਨੂੰ ਰੋਕਿਆ ਨਹੀਂ ਜਾਣਾ ਚਾਹੀਦਾ, ਜਾਂ ਫਿਰ ਉਹ ਸਜ਼ਾ ਜਾਬਤਾ ਨਹੀਂ ਹੋਣਾ ਚਾਹੀਦਾ ਕਿਸੇ ਕੋਰਟ ਦੁਆਰਾ, ਜੋ ਭਾਰਤ ਦੇ ਕੋਰਟਸ ਹੈਗੇ ਆ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਟਰਮ। ਜਿਹੜੀ ਸਾਡੀ ਸਟੇਟ ਲੈਜਿਸਲੇਟਿਵ ਅਸੈਂਬਲੀ ਜਿਹੜੇ MLA ਚੁਣ ਕੇ ਆਉਂਦੇ, ਜਿਹੜੀ ਸਰਕਾਰ ਬਣਦੀ ਹੈ, ਉਸਦੀ ਟਰਮ ਕਿੰਨੀ ਹੁੰਦੀ ਹੈ? ਇਹ ਵੀ ਇੰਪੋਰਟੈਂਟ ਸਵਾਲ ਹੈ। ਅਸੀਂ 5 ਸਾਲਾਂ ਲਈ MLA ਚੁਣਦੇ ਹਾਂ।
ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਹੈ ਕਿ 5 ਸਾਲਾਂ ਤੱਕ ਹੀ ਰਹੇਗਾ। ਗਵਰਨਰ ਸਾਡੀ MLAs ਨੂੰ, ਜਿਹੜੇ ਕਿ ਸਾਡੀ ਸਰਕਾਰ ਹੈ, ਉਹਨੂੰ ਡਿਜ਼ੋਲਵ ਕਰ ਸਕਦਾ ਸਾਡੀ ਸਟੇਟ ਲੈਜਿਸਲੇਚਰ ਅਸੈਂਬਲੀ ਨੂੰ। ਇਸ ਤੋਂ ਇਲਾਵਾ ਅਗਰ ਐਮਰਜੈਂਸੀ ਲੱਗਦੀ ਹੈ ਕਿਸੇ ਵੀ ਹਾਲਾਤ ਵਿੱਚ ਦੇਸ਼ ਵਿੱਚ ਜਾਂ ਤੇ ਉਸ ਹਾਲਾਤਾਂ ਦੇ ਵਿੱਚ 1 ਸਾਲ ਜਿਹੜੀ ਸਾਡੀ 5 ਸਾਲ ਦੀ ਟਰਮ ਹੈਗੀ ਆ, ਨੋਰਮਲ ਟਰਮ ਹੈਗੀ ਆ, ਉਹਨੂੰ ਐਕਸਟੈਂਡ ਕੀਤਾ ਜਾ ਸਕਦਾ 1 ਸਾਲ ਤੱਕ। ਇਸ ਤੋਂ ਬਾਅਦ ਅਗਰ ਅਸੀਂ ਹਾਊਸ ਨੂੰ ਚਲਾਉਣਾ ਹੈ, ਸਟੇਟ ਲੈਜਿਸਲੇਟਿਵ ਅਸੈਂਬਲੀ ਨੂੰ, ਅਤੇ 1/10 ਯਾਨੀ ਕਿ 10ਵਾਂ ਹਿੱਸਾ ਜਿੰਨੇ ਵੀ ਸਾਡੇ ਮੈਂਬਰ ਹੈਗੇ ਨੇ ਉਸਦਾ ਹੋਣਾ ਜ਼ਰੂਰੀ ਹੈ ਅਗਰ ਅਸੀਂ ਆਪਣੀ ਵਿਧਾਨ ਸਭਾ ਨੂੰ ਚਲਾਉਣਾ ਹੈ।